हाँ जी, ऑर्गेनाइजेशन चैप्टर का लास्ट टॉपिक है कंपैरिजन बिटवीन 3 फॉर्म्स ऑफ ऑर्गेनाइजेशन। 3 फॉर्म्स ਦੇ ਵਿਚਕਾਰ ਅਸੀਂ ਕੀ ਕਰਨਾ, ਕੰਪੇਅਰ ਕਰਨਾ ਜਾਂ ਡਿਫਰੈਂਸ ਦੱਸਣਾ। ਜਿਹੜੀਆਂ 3 ਆਰਗੇਨਾਈਜੇਸ਼ਨਸ ਨੇ ਕਿਹੜੀਆਂ, ਲਾਈਨ ਆਰਗੇਨਾਈਜੇਸ਼ਨ, ਫੰਕਸ਼ਨਲ ਆਰਗੇਨਾਈਜੇਸ਼ਨ, ਲਾਈਨ ਐਂਡ ਸਟਾਫ ਆਰਗੇਨਾਈਜੇਸ਼ਨ। ਸਭ ਤੋਂ ਪਹਿਲਾਂ ਜਿਹੜੇ ਬੇਸਿਸ ਆ ਇਹ ਬਹੁਤ ਇੰਪੋਰਟੈਂਟ ਹੈ, ਜ਼ਰੂਰ ਲਿਖਿਆ ਕਰੋ, ਠੀਕ ਆ। ਫਸਟ ਵਨ ਇਜ਼ ਲਾਈਨ ਆਫ ਅਥਾਰਟੀ। ਜਿਹੜੀ ਫਸਟ ਹੈ ਉਹਦੇ ਵਿੱਚ ਵਰਟੀਕਲ ਹੁੰਦੀ ਆ, ਮਤਲਬ ਸਿੱਧੀ ਹੁੰਦੀ ਹੈ, ਇੱਕ ਬੌਸ ਹੁੰਦਾ, ਉਹਦੇ ਅੰਡਰ ਕੰਮ ਕਰਨ ਵਾਲੇ ਪਰਸਨ ਅੱਗੇ ਹੁੰਦੇ ਆ, ਠੀਕ ਆ, ਨੀਚੇ ਵੱਲ ਨੂੰ। ਹੌਰੀਜ਼ੈਂਟਲ ਕੀ ਹੁੰਦੀ ਆ, ਸੇਮ ਲੈਵਲ ਵਾਲਿਆਂ ਨਾਲ, ਠੀਕ ਆ। ਤਾਂ ਇਹਦੇ ਵਿੱਚ ਇਸ ਤਰੀਕੇ ਦੇ ਨਾਲ ਕੀ ਹੁੰਦੀ ਆ, ਅਥਾਰਟੀ ਹੁੰਦੀ ਆ। ਲਾਈਨ ਐਂਡ ਸਟਾਫ ਦੇ ਵਿੱਚ ਦੋਨੇ ਹੀ ਹੁੰਦੀ ਆ, ਹੌਰੀਜ਼ੈਂਟਲ ਐਜ਼ ਵੈਲ ਐਜ਼ ਵਰਟੀਕਲ। ਨੈਕਸਟ ਹੈਗਾ ਆਪਣੇ ਕੋਲੇ ਸਟੇਟਸ। ਪਹਿਲਾ ਹੈ ਲਾਈਨ ਆਰਗੇਨਾਈਜੇਸ਼ਨ। ਆਲ ਲਾਈਨ ਆਫਿਸਰਸ ਆਰ ਨॉट हैविंग इक्वल स्टेटस। जिन्ने भी लाइन ऑफिसर्स होंगे सारिਆਂ ਦਾ इक्वल स्टेटस नहीं ਹੁੰਦਾ। फंक्शनल च की आ, ऑल स्पैशलिस्ट हैव इक्वल स्टेटस। जिन्ने भी स्पैशलिस्ट लोग ने सारिਆਂ ਦਾ ਇੱਕੋ ਜਿਹਾ स्टेटस ਹੁੰਦਾ ਵਾ। लाइन एंड स्टाफ च की आ, ऑल स्टाफ ऑफिसर्स डू नॉट हैव इक्वल स्टेटस, ठीक आ, ਉਹਦੇ ਵਿੱਚ ਵੀ इक्वल स्टेटस नहीं ਹੁੰਦਾ। नैक्सट है एरिया ऑफ अथॉरिटी। ਹੁਣ ਲਾਈਨ ਦੇ ਵਿੱਚ ਦੇਖੋ, बेस्ड ऑन प्रिंसीपल ऑफ डेलीगेशन ऑफ अथॉरिटी। लाइन ऑर्गेनाइजेशन च की ਹੁੰਦਾ, ਡੈਲੀਗੇਸ਼ਨ ਹੁੰਦੀ ਹੈ ਅਥਾਰਟੀ ਦੀ, ਇੱਕ ਪਰਸਨ ਦੂਜੇ ਨੂੰ ਆਪਦੀ ਅਥਾਰਟੀ ਡੈਲੀਗੇਟ ਕਰ ਸਕਦਾ। ਨੈਕਸਟ ਸੀਗੀ ਆਪਣੇ ਕੋਲੇ ਸਟਾਫ, ਠੀਕ ਹੈ, ਜਿਹਨੂੰ ਆਪਾਂ ਫੰਕਸ਼ਨਲ ਵੀ ਕਹਿ ਦਿੰਦੇ ਹਾਂ, ਠੀਕ ਆ। ਆਲ ਸਪੈਸ਼ਲਿਸਟ ਇੰਜੋਏ ਕੰਪਲੀਟ ਅਥਾਰਟੀ ਇਨ ਦੇਅਰ ਰਿਸਪੈਕਟਿਵ ਏਰੀਆਜ਼। ਹੁਣ ਜਿੰਨੇ ਵੀ ਸਪੈਸ਼ਲਿਸਟ ਆ ਉਹਨਾਂ ਨੂੰ ਕੰਪਲੀਟ ਅਥਾਰਟੀ ਮਿਲੀ ਹੋਈ ਆ ਆਪਦੇ ਏਰੀਆ ਦੀ। ਨੈਕਸਟ ਹੈਗਾ ਵਾ ਲਾਈਨ ਐਂਡ ਸਟਾਫ। ਅਥਾਰਟੀ ਇਜ਼ ਨਾਟ ਇੰਜੋਇਡ ਬਾਏ ਸਟਾਫ ਮੈਂਬਰਸ। ਹੁਣ ਇਹਦੇ ਵਿੱਚ ਸਟਾਫ ਜਿਹੜੇ ਮੈਂਬਰ ਹੁੰਦੇ ਆ ਉਹਨਾਂ ਨੂੰ ਕੋਈ ਵੀ ਅਥਾਰਟੀ ਨਹੀਂ ਮਿਲੀ ਹੁੰਦੀ। ਨੈਕਸਟ ਦੇਖੋ, ਫੋਰਥ ਪੁਆਇੰਟ, ਯੂਨਿਟੀ ਆਫ ਕਮਾਂਡ। ਲਾਈਨ ਆਰਗੇਨਾਈਜੇਸ਼ਨ ਦੇ ਵਿੱਚ ਯੂਨਿਟੀ ਆਫ ਕਮਾਂਡ ਫੋਲੋ ਕੀਤਾ ਜਾਂਦਾ ਵਾ। ਜਿਹੜੀ ਹੈਗੀ ਆ ਫੰਕਸ਼ਨਲ ਆਰਗੇਨਾਈਜੇਸ਼ਨ ਉਹਦੇ 'ਚ ਫੋਲੋ ਨਹੀਂ ਕੀਤਾ ਜਾਂਦਾ। ਜਿਹੜੀ ਹੈ ਲਾਈਨ ਐਂਡ ਸਟਾਫ ਉਹਦੇ 'ਚ ਫੋਲੋ ਕੀਤਾ ਜਾਂਦਾ ਯੂਨਿਟੀ ਆਫ ਕਮਾਂਡ ਨੂੰ। ਨੈਕਸਟ ਹੈ ਸਪੈਸ਼ਲਾਈਜੇਸ਼ਨ। ਜਿਹੜੀ ਲਾਈਨ ਆਰਗੇਨਾਈਜੇਸ਼ਨ ਆ ਉਹਦੇ ਵਿੱਚ ਸਪੈਸ਼ਲਾਈਜੇਸ਼ਨ ਫੋਲੋ ਨਹੀਂ ਹੁੰਦੀ। ਜਿਹੜੀ ਹੈ ਫੰਕਸ਼ਨਲ ਉਹਦੇ ਵਿੱਚ ਕੰਪਲੀਟਲੀ ਸਪੈਸ਼ਲਾਈਜੇਸ਼ਨ ਫੋਲੋ ਹੁੰਦੀ ਆ। ਜਿਹੜੀ ਹੈ ਨੈਕਸਟ ਲਾਸਟ ਵਾਲੀ ਸੀ ਲਾਈਨ ਐਂਡ ਸਟਾਫ, ਉਹਦੇ ਵਿੱਚ ਕੰਪਲੀਟਲੀ ਫੋਲੋ ਹੁੰਦੀ ਹੈ ਸਪੈਸ਼ਲਾਈਜੇਸ਼ਨ। ਸਿਕਸਥ ਪੁਆਇੰਟ ਹੈ ਸਿਊਟੇਬਿਲਿਟੀ, ਵੀ ਕਿੱਥੇ ਸਿਊਟੇਬਲ ਹੈ। ਲਾਈਨ ਆਰਗੇਨਾਈਜੇਸ਼ਨ ਸਮੋਲ ਆਰਗੇਨਾਈਜੇਸ਼ਨ ਜਿੱਥੇ ਹੁੰਦੀਆਂ ਉੱਥੇ ਸਿਊਟੇਬਲ ਆ। ਜਿਹੜੀ ਹੁੰਦੀ ਆ ਫੰਕਸ਼ਨਲ ਆਰਗੇਨਾਈਜੇਸ਼ਨ ਇਹ ਲਾਰਜ ਐਂਟਰਪ੍ਰਾਈਜ਼ਸ ਦੇ ਵਿੱਚ ਸਿਊਟੇਬਲ ਆ। ਜਿਹੜੀ ਹੁੰਦੀ ਆ ਲਾਈਨ ਐਂਡ ਸਟਾਫ ਉਹ ਮੀਡੀਅਮ ਐਂਡ ਲਾਰਜ ਐਂਟਰਪ੍ਰਾਈਜ਼ਸ ਦੇ ਵਿੱਚ ਸਿਊਟੇਬਲ ਆ। ਨੈਕਸਟ ਹੈਗਾ ਸੈਵਨਥ ਪੁਆਇੰਟ, ਡਿਸਿਪਲਨ। ਲਾਈਨ ਦੇ ਵਿੱਚ ਕੀ ਹੁੰਦਾ, ਸਟ੍ਰਿਕਟ ਡਿਸਿਪਲਨ ਇਜ਼ ਫੋਲੋਡ, ਮਤਲਬ ਬਹੁਤ ਸਖਤ ਡਿਸਿਪਲਨ ਫੋਲੋ ਕੀਤਾ ਜਾਂਦਾ ਵਾ। ਜਿਹੜੀ ਫੰਕਸ਼ਨਲ ਹੁੰਦੀ ਆ ਉਹ 'ਚ ਪੂਅਰ ਡਿਸਿਪਲਨ ਹੁੰਦਾ। ਜਿਹੜੀ ਲਾਈਨ ਐਂਡ ਸਟਾਫ ਹੁੰਦੀ ਆ ਉਹਦੇ 'ਚ ਲੂਜ਼ ਡਿਸਿਪਲਨ ਹੁੰਦਾ, ਠੀਕ ਆ। ਨੈਕਸਟ ਹੈ ਪਾਵਰ ਐਂਡ ਅਥਾਰਟੀ। ਲਾਈਨ ਦੇ ਵਿੱਚ ਕੀ ਆ, ਸੁਪੀਰੀਅਰ ਐਕਸਰਸਾਈਜ਼ਸ ਡਾਇਰੈਕਟ ਸੁਪਰਵਿਜ਼ਨ ਓਵਰ ਸਬੋਰਡੀਨੇਟਸ। ਜਿੰਨੇ ਵੀ ਸੁਪੀਰੀਅਰ ਨੇ ਸਾਰਿਆਂ ਦੀ ਡਾਇਰੈਕਟ ਸੁਪਰਵਿਜ਼ਨ ਹੁੰਦੀ ਆ ਆਪਦੇ ਸਬੋਰਡੀਨੇਟਸ ਦੇ ਉੱਪਰ, ਠੀਕ ਆ। ਨੈਕਸਟ ਹੈਗਾ ਵਾ ਆਪਣੇ ਕੋਲੇ ਫੰਕਸ਼ਨਲ, ਉਹਦੇ ਵਿੱਚ ਕੀ ਆ, ਆਲ ਸਪੈਸ਼ਲਿਸਟ ਡਾਇਰੈਕਟਲੀ ਕੰਟਰੋਲ ਈਚ ਅਦਰ। ਹੁਣ ਜਿਹੜੇ ਸਪੈਸ਼ਲਿਸਟ ਲੋਕ ਆ ਉਹਨਾਂ ਦੇ ਅੰਡਰ ਪਰਸਨ ਡਿਵਾਈਡ ਕੀਤੇ ਹੁੰਦੇ ਆ, ਵਰਕਰ ਡਿਵਾਈਡ ਕੀਤੇ ਹੁੰਦੇ ਆ, ਤਾਂ ਉਹ ਡਾਇਰੈਕਟਲੀ ਉਹਨਾਂ ਨੂੰ ਕੰਟਰੋਲ ਕਰਦੇ ਆ। ਲਾਸਟ ਵਾਲੀ ਸੀ ਲਾਈਨ ਐਂਡ ਸਟਾਫ। ਸਟਾਫ ਮੈਂਬਰਸ ਡੂ ਨਾਟ ਕਮਾਂਡ ਐਨੀ ਪਰਸਨ ਈਵਨ ਵੈਨ ਦੇ ਆਰ ਹਾਈਲੀ ਪਲੇਸਡ। ਹੁਣ ਸਟਾਫ ਮੈਂਬਰ ਆਪਾਂ ਹੁਣੇ ਰੀਸੈਂਟ ਪੜ੍ਹ ਕੇ ਹਟੇ ਆ, ਠੀਕ ਆ, ਸਟਾਫ ਆਫਿਸਰ ਦੇ ਬਾਰੇ। ਇਹ ਜਸਟ ਐਡਵਾਈਸ ਦਿੰਦੇ ਆ, ਠੀਕ ਆ। ਤਾਂ ਚਾਹੇ ਇਹਨਾਂ ਦੀ ਹਾਈ ਪਲੇਸ ਆ ਤਾਂ ਵੀ ਇਹ ਕੋਈ ਵੀ ਕਮਾਂਡ ਨਹੀਂ ਦੇ ਸਕਦੇ, ਜਸਟ ਐਡਵਾਈਸ ਦਿੰਦੇ ਆ। ਨੈਕਸਟ ਹੈ ਸਰਵਿਸਿਜ਼ ਆਫ ਐਕਸਪਰਟ। ਲਾਈਨ ਦੇ ਵਿੱਚ ਕੀ ਆ, ਨੋ ਪ੍ਰੋਵੀਜ਼ਨ ਫॉर ਦਾ ਅਵੇਲਮੈਂਟ ਆਫ ਸਰਵਿਸਿਜ਼ ਆਫ ਐਕਸਪਰਟ, ਮਤਲਬ ਇੱਥੇ ਐਕਸਪਰਟ ਲੋਕਾਂ ਦੀ ਜਿਹੜੀ ਸਰਵਿਸ ਆ ਉਹ ਅਵੇਲੇਬਲ ਨਹੀਂ ਹੁੰਦੀ। ਸੈਕਿੰਡ ਸੀਗਾ ਫੰਕਸ਼ਨਲ, ਉਹ 'ਚ ਕੀ ਆ, ਸਪੈਸ਼ਲਿਸਟਸ ਆਰ ਅਪੁਆਇੰਟਡ, ਇਹ 'ਚ ਸਪੈਸ਼ਲਿਸਟ ਲੋਕ ਅਪੁਆਇੰਟ ਕੀਤੇ ਗਏ ਹੁੰਦੇ ਆ। ਲਾਸਟ ਕੀ ਸੀਗੀ, ਲਾਈਨ ਐਂਡ ਸਟਾਫ, ਸਰਵਿਸਿਜ਼ ਆਫ ਐਕਸਪਰਟ ਆਰ ਮੇਡ ਅਵੇਲੇਬਲ। ਨੈਕਸਟ ਹੈਗਾ ਨੇਚਰ ਆਫ ਵਰਕ। ਹੁਣ ਜਿਹੜਾ ਲਾਈਨ ਆਰਗੇਨਾਈਜੇਸ਼ਨ ਆ ਉਹਦੇ ਵਿੱਚ ਰੂਟੀਨ ਨੇਚਰ ਦਾ ਵਰਕ ਹੁੰਦਾ ਵਾ, ਠੀਕ ਆ। ਜਿਹੜੀ ਹੈਗੀ ਆ ਫੰਕਸ਼ਨਲ, ਉਹਦੇ 'ਚ ਸਪੈਸ਼ਲਾਈਜ਼ ਨੇਚਰ ਦਾ ਵਰਕ ਹੁੰਦਾ ਵਾ। ਜਿਹੜੀ ਲਾਈਨ ਐਂਡ ਸਟਾਫ ਆ ਉਹਦੇ 'ਚ ਕੀ ਹੁੰਦਾ, ਟੈਕਨੀਕਲ ਐਡਵਾਈਸ ਇਜ਼ ਪ੍ਰੋਵਾਈਡਡ ਟੂ ਲਾਈਨ ਆਫਿਸਰਸ ਫॉर ਸਪੈਸ਼ਲਾਈਜ਼ ਨੇਚਰਡ ਵਰਕ। ਇਹਦੇ ਵਿੱਚ ਟੈਕਨੀਕਲ ਐਡਵਾਈਸ ਦਿੱਤੀ ਜਾਂਦੀ ਹੈ ਕਿਹਨਾਂ ਨੂੰ, ਲਾਈਨ ਆਫਿਸਰਸ ਨੂੰ, ਤਾਂ ਕਿ ਉਹ ਇੱਕ ਸਪੈਸ਼ਲਾਈਜ਼ ਨੇਚਰ ਦਾ ਕੰਮ ਕਰ ਸਕਣ। ਨੈਕਸਟ ਹੈ ਨੰਬਰ ਆਫ ਬੌਸ। ਲਾਈਨ ਆਰਗੇਨਾਈਜੇਸ਼ਨ ਦੇ ਵਿੱਚ 1 ਬੌਸ ਹੁੰਦਾ, ਠੀਕ ਆ। ਫੰਕਸ਼ਨਲ 'ਚ ਕਿੰਨੇ ਹੁੰਦੇ ਆ, ਨੰਬਰ ਆਫ ਬੌਸਿਸ, ਕਾਫੀ ਗਿਣਤੀ ਹੁੰਦੀ ਹੈ ਬੌਸਿਸ ਦੀ। ਲਾਈਨ ਐਂਡ ਸਟਾਫ 'ਚ ਕੀ ਹੁੰਦਾ, 1 ਲਾਈਨ ਐਂਡ 1 ਸਟਾਫ ਆਫਿਸਰ, ਬਟ ਵਰਕਰਸ ਫੋਲੋ ਓਨਲੀ ਦਾ ਆਰਡਰ ਆਫ ਲਾਈਨ ਆਫਿਸਰਸ। ਹੁਣ ਇਹਦੇ ਵਿੱਚ ਇੱਕ ਲਾਈਨ ਆ ਅਤੇ ਉਹਦੇ ਅੰਡਰ ਇੱਕ ਸਟਾਫ ਆਫਿਸਰ ਵੀ ਹੁੰਦਾ ਵਾ, ਜਾਂ ਕਦੀ ਉਹਦੇ ਨਾਲ ਇੱਕ ਸਟਾਫ ਆਫਿਸਰ ਹੁੰਦਾ, ਬਟ ਜਿਹੜੇ ਵਰਕਰ ਨੇ ਉਹਨਾਂ ਨੇ ਸਿਰਫ ਆਰਡਰ ਕਿਹਦਾ ਫੋਲੋ ਕਰਨਾ, ਲਾਈਨ ਆਫਿਸਰ ਦਾ।
ਨੈਕਸਟ ਹੈ ਆਪਣੇ ਕੋਲੇ ਰਿਸਪੌਂਸਿਬਿਲਟੀ। ਲਾਈਨ ਆਰਗੇਨਾਈਜੇਸ਼ਨ ਦੇ ਵਿੱਚ ਜਿਹੜੀ ਰਿਸਪੌਂਸਿਬਿਲਟੀ ਉਹ ਫਿਕਸਡ ਹੁੰਦੀ ਆ। ਨੈਕਸਟ ਹੈ ਫੰਕਸ਼ਨਲ, ਵੈਰੀ ਡਿਫੀਕਲਟ ਟੂ ਫਿਕਸ ਦ ਰਿਸਪੌਂਸਿਬਿਲਟੀ। ਲਾਸਟ ਕੀ ਸੀ ਲਾਈਨ ਐਂਡ ਸਟਾਫ ਦੇ ਵਿੱਚ ਰਿਸਪੌਂਸਿਬਿਲਟੀ ਲਾਈਜ਼ ਵਿਦ ਦ ਲਾਈਨ ਆਫਿਸਰਸ ਓਨਲੀ, ਤਾਂ ਇਹਦੇ ਵਿੱਚ ਜ਼ਿੰਮੇਵਾਰੀ ਸਿਰਫ ਲਾਈਨ ਆਫਿਸਰਸ ਨੂੰ ਹੀ ਦਿੱਤੀ ਗਈ ਆ। ਨੈਕਸਟ ਹੈ ਇਕੋਨਮੀ। ਜਿਹੜੀ ਲਾਈਨ ਆਰਗੇਨਾਈਜੇਸ਼ਨ ਹੈ ਇਕਨੋਮੀਕਲ ਹੁੰਦੀ ਆ, ਜਿਹੜੀ ਫੰਕਸ਼ਨਲ ਆ ਉਹ ਐਕਸਪੈਂਸਿਵ ਹੁੰਦੀ ਆ, ਜਿਹੜੀ ਲਾਈਨ ਐਂਡ ਸਟਾਫ ਆ ਇਹ ਵੀ ਐਕਸਪੈਂਸਿਵ ਹੁੰਦੀ ਆ। ਠੀਕ ਆ, ਕਿਉਂਕਿ ਜੇ ਉਹਦੇ ਵਿੱਚ ਨੰਬਰ ਆਫ ਪਰਸਨਸ ਵਧੀਆ ਆਉਂਦੇ ਆ, ਸਪੈਸ਼ਲਿਸਟ ਵੀ ਆ ਜਾਂਦੇ ਆ ਵਿੱਚ, ਠੀਕ ਆ, ਨਾਲ ਲਾਈਨ ਆਫਿਸਰ ਵੀ ਆ ਜਾਂਦੇ ਆ, ਤਾਂ ਕਰਕੇ ਖਰਚਾ ਵੱਧ ਜਾਂਦਾ। ਨੈਕਸਟ ਹੈ ਟਾਈਪਸ। ਹੁਣ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ 1 ਬਾਏ 1 ਸਾਰੀਆਂ ਵੀ ਲਾਈਨ ਆਰਗੇਨਾਈਜੇਸ਼ਨ ਕਿਹੜੀ ਹੁੰਦੀ ਆ, ਸਟਾਫ ਕਿਹੜੀ ਆ, ਲਾਈਨ ਐਂਡ ਸਟਾਫ ਕਿਹੜੀ ਆ। ਤਾਂ ਜਿਹੜੀ ਲਾਈਨ ਆਰਗੇਨਾਈਜੇਸ਼ਨ ਆ ਇਹਦੇ 2 ਟਾਈਪਸ ਹੁੰਦੇ ਆ। ਫਸਟ ਹੈਗਾ ਪਿਓਰ ਐਂਡ ਸੈਕਿੰਡ ਇਜ਼ ਡਿਪਾਰਟਮੈਂਟਲ। ਬਟ ਜਿਹੜੀ ਫੰਕਸ਼ਨਲ ਆਰਗੇਨਾਈਜੇਸ਼ਨ ਆ ਓਨਲੀ 1 ਟਾਈਪ ਹੀ ਹੁੰਦੀ ਹੈ ਇਹਦੀ, ਠੀਕ ਹੈ ਜੀ, ਆਪਾਂ ਡਿਸਕਸ ਕਰ ਚੁੱਕੇ ਹਾਂ। ਨੈਕਸਟ ਹੈਗੀ ਲਾਈਨ ਐਂਡ ਸਟਾਫ, ਇਹਦੇ ਵੀ ਅੱਗੇ ਫਰਦਰ ਕੋਈ ਟਾਈਪਸ ਨਹੀਂ ਹੁੰਦੇ, ਇਹ ਵੀ ਓਨਲੀ 1 ਟਾਈਪ ਆ। ਨੈਕਸਟ ਹੈਗਾ ਕਨਫਲਿਕਟ। ਨੋ ਫੀਅਰ ਆਫ ਕਨਫਲਿਕਟ। ਲਾਈਨ ਦੇ ਵਿੱਚ ਕੋਈ ਵੀ ਕਨਫਲਿਕਟ ਨਹੀਂ ਹੁੰਦਾ, ਠੀਕ ਆ, ਕਿਉਂਕਿ ਇੱਕ ਪਰਸਨ ਇੱਕ ਬੌਸ ਆ ਉਹਨਾਂ ਨੂੰ ਆਰਡਰ ਦੇ ਰਿਹਾ। ਨੈਕਸਟ ਹੈਗਾ ਫੰਕਸ਼ਨਲ। ਕਨਫਲਿਕਟਸ ਬਿਟਵੀਨ ਸਪੈਸ਼ਲਿਸਟ ਐਜ਼ ਆਲ ਲਾਈ ਇਨ ਔਨ ਸੇਮ ਲੈਵਲ। ਜਿੰਨੇ ਵੀ ਸਪੈਸ਼ਲਿਸਟ ਲੋਕ ਨੇ ਸਾਰੇ ਇੱਕ ਸੇਮ ਲੈਵਲ ਦੇ ਨੇ, ਠੀਕ ਆ, ਤਾਂ ਉਹਨਾਂ 'ਚ ਕਨਫਲਿਕਟ ਅਰਾਈਜ਼ ਹੋ ਸਕਦੇ ਆ। ਲਾਸਟ ਸੀਗਾ ਆਪਣਾ ਇਹਦੇ ਵਿੱਚ ਲਾਈਨ ਐਂਡ ਸਟਾਫ। ਡੇਂਜਰ ਆਫ ਕਨਫਲਿਕਟਸ ਬਿਟਵੀਨ ਲਾਈਨ ਐਂਡ ਸਟਾਫ ਆਫਿਸਰਸ। ਸੋ ਇੱਥੇ ਲਾਈਨ ਤੇ ਸਟਾਫ ਆਫਿਸਰ ਦੇ ਵਿਚਕਾਰ ਕਨਫਲਿਕਟ ਹੋ ਸਕਦੇ ਆ। 16th ਪੁਆਇੰਟ ਦੇਖੋ ਸਿੰਪਲਿਸਿਟੀ। ਜਿਹੜੀ ਲਾਈਨ ਆਰਗੇਨਾਈਜੇਸ਼ਨ ਹੈ ਇਹ ਸਿੰਪਲ ਫਾਰਮ ਹੁੰਦੀ ਆ। ਫੰਕਸ਼ਨਲ ਕੀ ਆ, ਕੰਪਲੈਕਸ ਹੁੰਦੀ ਆ। ਲਾਈਨ ਐਂਡ ਸਟਾਫ ਕੀ ਹੈ, ਕੰਪਲੈਕਸ ਟਾਈਪ ਐਜ਼ ਦੇਅਰ ਐਗਜ਼ਿਸਟ 2 ਫਾਰਮਸ ਆਫ ਅਥਾਰਟੀ, ਲਾਈਨ ਐਂਡ ਸਟਾਫ। ਹੁਣ ਦੇਖੋ ਇਹ ਵੀ ਕੰਪਲੈਕਸ ਆ। ਲਾਸਟ ਵਾਲੀ ਰੀਜ਼ਨ ਕੀ ਆ, ਕਿਉਂਕਿ ਇਹਦੇ ਵਿੱਚ ਨਾਲੇ ਤਾਂ ਸਟਾਫ ਮੈਂਬਰ ਆ ਜਾਂਦੇ ਆ, ਨਾਲੇ ਲਾਈਨ ਆਫਿਸਰ ਆ ਜਾਂਦੇ ਆ, ਠੀਕ ਆ, ਤਾਂ ਕਰਕੇ ਕੰਪਲੈਕਸ ਆ, ਡਿਫੀਕਲਟ ਆ। ਨੈਕਸਟ ਹੈ ਬਰਡਨ ਆਫ ਮੈਨੇਜਰ। ਜਿਹੜੀ ਲਾਈਨ ਆਰਗੇਨਾਈਜੇਸ਼ਨ ਆ ਮੈਨੇਜਰਸ ਆਰ ਓਵਰ ਬਰਡਨ। ਇਹਦੇ ਮੈਨੇਜਰ ਦੇ ਵਿੱਚ ਜ਼ਿਆਦਾ ਉਹਨਾਂ ਨੂੰ ਕੰਮ ਦਿੱਤਾ ਗਿਆ ਹੁੰਦਾ, ਜ਼ਿਆਦਾ ਉਹਨਾਂ ਦੇ ਉੱਪਰ ਕੰਮ ਦਾ ਲੋਡ ਹੁੰਦਾ ਵਾ। ਫੰਕਸ਼ਨਲ 'ਚ ਕੀ ਆ, ਵਰਕ ਲੋਡ ਇਜ਼ ਅਨਈਵਨਲੀ ਡਿਵਾਈਡਡ। ਈਵਨਲੀ ਤਾਂ ਹੁੰਦਾ ਪ੍ਰੋਪਰਲੀ ਡਿਵਾਈਡਡ, ਅਨਈਵਨਲੀ ਮਤਲਬ ਕਿਸੇ ਕੋਲੇ ਵੱਧ ਵੀ ਹੁੰਦਾ, ਕਿਸੇ ਕੋਲੇ ਘੱਟ ਵੀ ਹੁੰਦਾ। ਨੈਕਸਟ ਹੈ ਲਾਈਨ ਤੇ ਸਟਾਫ। ਦੇਅਰ ਇਜ਼ ਅ ਡਿਵੀਜ਼ਨ ਆਫ ਲੇਬਰ। ਇੱਥੇ ਲੇਬਰ ਵੰਡੀ ਗਈ ਹੁੰਦੀ ਆ ਵੀ ਕਿਹੜੇ ਕਿੰਨੇ ਵਰਕਰ ਕਿਹਦੇ ਅੰਡਰ ਕੰਮ ਕਰਨਗੇ। ਲਾਸਟ ਪੁਆਇੰਟ ਹੈ ਆਪਣੇ ਕੋਲੇ ਸੈਂਟਰਲਾਈਜੇਸ਼ਨ ਆਫ ਅਥਾਰਟੀ। ਲਾਈਨ ਆਰਗੇਨਾਈਜੇਸ਼ਨ ਦੇ ਵਿੱਚ ਸੈਂਟਰਲਾਈਜ਼ ਅਥਾਰਟੀ ਹੁੰਦੀ ਆ। ਸੈਂਟਰਲਾਈਜ਼ ਕੀ ਹੁੰਦਾ, ਜਿਹਦੇ ਉੱਪਰ ਆਰਡਰ ਦੇਣ ਵਾਲਾ ਇੱਕੋ ਹੀ ਪਰਸਨ ਹੋਵੇ, ਠੀਕ ਆ, ਪਾਵਰ ਇੱਕ ਦੇ ਹੱਥ 'ਚ ਹੋਵੇ, ਤਾਂ ਉਹ ਕੀ ਹੁੰਦੀ ਆ, ਸੈਂਟਰਲਾਈਜ਼ ਅਥਾਰਟੀ। ਫੰਕਸ਼ਨਲ ਆਰਗੇਨਾਈਜੇਸ਼ਨ 'ਚ ਕੀ ਹੁੰਦਾ, ਡੀਸੈਂਟਰਲਾਈਜ਼ ਅਥਾਰਟੀ ਹੁੰਦੀ ਆ। ਲਾਸਟ ਹੈਗੀ ਲਾਈਨ ਐਂਡ ਸਟਾਫ। ਇਹਦੇ 'ਚ ਕੀ ਹੁੰਦਾ, ਰੈਸ਼ਨਲਾਈਜ਼ਡ ਡਿਵੀਜ਼ਨ ਆਫ ਅਥਾਰਟੀ, ਮਤਲਬ ਪ੍ਰੋਪਰ ਵੰਡੀ ਗਈ ਆ, ਕਿਸੇ ਕੋਲੇ ਬਹੁਤ ਹੀ ਜ਼ਿਆਦਾ ਨਹੀਂ, ਕਿਸੇ ਕੋਲੇ ਥੋੜੀ ਨਹੀਂ ਹੈ, ਠੀਕ ਆ, ਓਕੇ।